हाँ जी, सत श्री अकाल जी सारिਆਂ ਨੂੰ स्वागत करते हैं ਤੁਹਾਡੇ अपने चैनल विक्ट्री वे पंजाब ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ है कि फाउंडेशन बैच ਜਿਹੜਾ स्टार्ट ਕੀਤਾ ਹੋਇਆ है। ਅੱਜ ਆਪਾਂ फाउंडेशन बैच ਦੇ ਵਿੱਚ ਪਹਿਲੀ ਹੈ ਜਿਹੜੀ ਪੰਜਾਬੀ ਵਿਆਕਰਨ ਦੀ ਕਲਾਸ ਲਗਾਉਣ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਸਾਰੀ ਕੰਪਲੀਟ ਪੰਜਾਬੀ ਪੜਾਂਗੇ। ਤੇ ਅੱਜ ਤੋਂ ਆਪਣੀ ਜਿਹੜੀ ਕਲਾਸ ਪਹਿਲੀ ਹੈ, ਸੋ ਸਾਰੇ ਬੱਚੇ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਪੇਪਰ ਦੇਣਾ ਹੈ ਉਹ ਸਾਰੇ ਇਸ ਕਲਾਸ ਨੂੰ ਦੇਖ ਸਕਦੇ ਨੇ, ਲਗਾ ਸਕਦੇ ਨੇ। ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੇ ਬੱਚਿਆਂ ਨੇ ਜ਼ਰੂਰ ਲਗਾਉਣਾ ਹੈ। ਜਿਹੜੇ ਵੀ ਬੱਚੇ ਨੇ ਹਾਲੇ ਤੱਕ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਤੋਂ ਜਲਦੀ ਚੈਨਲ ਨੂੰ ਲਾਈਕ ਕਰ ਦੇਣ ਅਤੇ ਸ਼ੇਅਰ ਕਰ ਦੇਣ। ਟੈਲੀਗ੍ਰਾਮ ਗਰੁੱਪ, ਜਿਹੜੇ ਵੀ ਬੱਚੇ ਹਾਲੇ ਤੱਕ ਟੈਲੀਗ੍ਰਾਮ ਦੇ ਵਿੱਚ ਨਹੀਂ ਜੁਆਇਨ ਹੋਏ ਤਾਂ ਉਹ ਜਲਦੀ ਤੋਂ ਜਲਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਨੂੰ ਜੁਆਇਨ ਕਰੋ ਅਤੇ ਗਰੁੱਪ ਵਿੱਚ ਐਡ ਹੋ ਜਾਓ, ਕਿਉਂਕਿ ਜਿਹੜੀ ਆਪਣੀ ਸਾਰੀ ਕਲਾਸਾਂ ਦੀ PDF ਆ ਉਹ ਤੁਹਾਨੂੰ ਟੈਲੀਗ੍ਰਾਮ ਦੇ ਗਰੁੱਪ ਵਿੱਚ ਦਿੱਤੀ ਜਾਏਗੀ। ਜਲਦੀ ਤੋਂ ਜਲਦੀ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਪੰਜਾਬੀ ਵਿਆਕਰਨ ਤੋਂ ਪੜ੍ਹਨ ਤੋਂ ਪਹਿਲਾਂ ਆਪਾਂ ਪੰਜਾਬੀ ਭਾਸ਼ਾ ਬਾਰੇ ਜਾਣਾਂਗੇ ਵੀ ਪੰਜਾਬੀ ਭਾਸ਼ਾ ਹੁੰਦੀ ਕੀ ਹੈ, ਇਹ ਕਿਵੇਂ ਬਣੀ, ਇਹਦਾ ਵਿਕਾਸ ਜਿਹੜਾ ਕਿਸ ਤਰ੍ਹਾਂ ਹੋਇਆ। ਪੰਜਾਬੀ ਭਾਸ਼ਾ ਜਾਂ ਇਹਨੂੰ ਕਹਿ ਦਿੰਦੇ ਆ ਪੰਜਾਬੀ ਬੋਲੀ। ਪੰਜਾਬੀ ਭਾਸ਼ਾ ਜਿਹੜੀ ਆ ਉਹ ਸੰਚਾਰ ਦਾ ਮਾਧਿਅਮ ਹੈ, ਜਿਸ ਰਾਹੀਂ ਮਨੁੱਖ ਜਿਹੜਾ ਆਪਣੇ ਵਿਚਾਰ ਅਤੇ ਭਾਵ ਇੱਕ ਦੂਜਿਆਂ ਤੱਕ ਪਹੁੰਚਾਉਂਦਾ ਹੈ। ਮਨੁੱਖ ਜਿਹੜਾ ਬੋਲ ਕੇ ਆਪਣੇ ਜਿਹੜੇ ਮਨੋਭਾਵ ਸਾਂਝੇ ਕਰਦਾ ਵਾ। ਜਿਵੇਂ ਹੁਣ ਮੈਂ ਬੋਲ ਰਹੀ ਹਾਂ, ਤੁਹਾਨੂੰ ਪੜ੍ਹਾ ਰਹੀ ਹਾਂ, ਇਹ ਮੈਂ ਬੋਲ ਕੇ ਤੁਹਾਨੂੰ ਦੱਸ ਰਹੀ ਹਾਂ, ਆਪਣੇ ਵਿਚਾਰ ਸਾਂਝੇ ਕਰ ਰਹੀ ਹਾਂ ਤਾਂ ਤੁਸੀਂ ਸੁਣ ਰਹੇ ਹੋ। ਇਹਨੂੰ ਕਹਿ ਦਿੰਦੇ ਆ ਆਪਣੇ ਕੋਲੇ ਭਾਸ਼ਾ ਜਾਂ ਕਹਿ ਦਿੰਦੇ ਆ ਬੋਲੀ। ਭਾਸ਼ਾ ਕਰਕੇ ਹੀ ਮਨੁੱਖ ਆਪਣੇ ਘਰ ਨਾਲ, ਆਪਣੇ ਭਾਈਚਾਰੇ ਨਾਲ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਲੋਕਾਂ ਨਾਲ ਸਾਂਝ ਸਥਾਪਿਤ ਕਰਦਾ ਹੈ। ਉਸ ਨੂੰ ਜੀ ਆਪਾਂ ਭਾਸ਼ਾ ਦਾ ਨਾਂ ਜਾਂ ਫਿਰ ਬੋਲੀ ਦਾ ਨਾਮ ਦੇ ਦਿੰਦੇ ਹਾਂ। ਭਾਸ਼ਾ ਦੀਆਂ ਜਿਹੜੀਆਂ 3 ਇਕਾਈਆਂ ਮੰਨੀਆਂ ਜਾਂਦੀਆਂ ਨੇ, ਜਾਂ ਕਹਿ ਦਿੰਦੇ ਆ ਕਿ 3 ਇਕਾਈਆਂ ਜਿਹੜੀਆਂ ਹੁੰਦੀਆਂ ਨੇ। ਪਹਿਲੀ ਆਪਣੇ ਕੋਲ ਹੈ ਜੀ ਧੁਨੀ ਬੋਧ। ਇਹ ਭਾਸ਼ਾ ਦੀ ਸਾਰਿਆਂ ਤੋਂ ਛੋਟੀ ਇਕਾਈ ਹੈ ਜਿਹੜੀ ਉਹ ਧੁਨੀ ਹੁੰਦੀ ਹੈ। ਅੱਗੇ ਹੈ ਸ਼ਬਦ ਬੋਧ। ਤੀਸਰੀ ਇਕਾਈ ਹੈ ਜੀ ਆਪਣੇ ਕੋਲੇ ਵਾਕ ਬੋਧ, ਠੀਕ ਹੈ, ਜਾਂ ਇਕੱਲੀ ਕਹਿ ਦਿੰਦੇ ਆ ਵਾਕ। ਇਹ ਭਾਸ਼ਾ ਦੀਆਂ ਆਪਣੇ ਕੋਲੇ ਤਿੰਨ ਇਕਾਈਆਂ ਸੀਗੀਆਂ, ਧੁਨੀ ਬੋਧ, ਧੁਨੀ, ਸ਼ਬਦ ਅਤੇ ਵਾਕ। ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਵੈਦਿਕ ਭਾਸ਼ਾ ਮੰਨੀ ਜਾਂਦੀ ਹੈ। ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਆ ਉਹ ਵੈਦਿਕ ਭਾਸ਼ਾ ਤੋਂ ਹੋਇਆ ਹੈ। ਇਸੇ ਨਾਲ ਹੀ ਜਿਹੜੀ ਗੁਰਮੁਖੀ ਲਿਪੀ ਜਿਹੜੀ ਗੁਰੂਆਂ ਦੁਆਰਾ ਲਿਖੀ ਗਈ ਸੀ, ਉਸ ਦੀ ਜਿਹੜੀ ਜਨਮਦਾਤੀ ਆ ਉਹ ਬ੍ਰਹਮੀ ਲਿਪੀ ਨੂੰ ਮੰਨਿਆ ਜਾਂਦਾ ਹੈ। ਪਹਿਲੀ ਵਾਰ ਪੰਜਾਬੀ ਨੂੰ ਪੰਜਾਬੀ ਹਾਫਿਜ਼ ਬਰਖੁਰਦਾਰ ਨੇ 1672 ਈਸਵੀ ਦੇ ਵਿੱਚ ਕਿਹਾ ਸੀ। ਅੱਗੇ ਦੇਖਦੇ ਹਾਂ ਜੀ ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ। ਪਹਿਲੇ ਸਮੇਂ ਵਿੱਚ ਆਪਣੇ ਕੋਲੇ ਇਸ਼ਾਰਿਆਂ ਦੀ ਜਿਹੜੀ ਭਾਸ਼ਾ ਉਹ ਵਰਤੀ ਜਾਂਦੀ ਸੀ। ਮਨੁੱਖ ਜਦੋਂ ਜਿਹੜਾ ਜੰਗਲਾਂ 'ਚ ਰਹਿੰਦਾ ਸੀਗਾ, ਉਸ ਸਮੇਂ ਵਿੱਚ ਉਹ ਸਿਰਫ ਇਸ਼ਾਰਿਆਂ ਦੇ ਨਾਲ ਗੱਲਾਂ ਕਰਦਾ ਸੀ। ਅਤੇ ਪਹਿਲੇ ਸਮੇਂ ਵਿੱਚ ਜਿਹੜੀ ਆਪਣੇ ਕੋਲ ਪਹਿਲੀ ਭਾਸ਼ਾ ਨਿਕਲ ਕੇ ਆਈ ਸੀਗੀ ਉਹ ਆਪਣੇ ਕੋਲੇ ਵੈਦਿਕ ਭਾਸ਼ਾ ਆਈ ਸੀ। ਇਸ ਨੂੰ ਵੇਦਾਂ ਦੁਆਰਾ ਰਚੀ ਗਈ ਭਾਸ਼ਾ ਵੀ ਕਹਿ ਦਿੰਦੇ ਆ। ਇਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਆਈ ਜੀ ਸੰਸਕ੍ਰਿਤ ਭਾਸ਼ਾ, ਇਹ ਦੂਸਰੇ ਨੰਬਰ ਦੀ ਪੰਜਾਬੀ ਦੀ ਭਾਸ਼ਾ ਮੰਨੀ ਗਈ ਹੈ। ਫਿਰ ਇਸ ਤੋਂ ਬਾਅਦ ਥੋੜ੍ਹਾ ਇਹਦਾ ਰੂਪ ਸੁਧਰਿਆ ਅਤੇ ਆਪਣੇ ਕੋਲੇ ਜੀ ਪਾਲੀ ਭਾਸ਼ਾ ਆਈ। ਪਾਲੀ ਭਾਸ਼ਾ ਦੇ ਅੱਗੇ 2 ਰੂਪ ਜਿਹੜੇ ਮੰਨੇ ਜਾਂਦੇ ਆ। ਇਸ ਤੋਂ ਬਾਅਦ 2 ਭਾਸ਼ਾਵਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਆਪਣੇ ਕੋਲੇ। ਪਹਿਲੀ ਭਾਸ਼ਾ ਹੈ ਜੀ ਪੈਸਾਚੀ ਭਾਸ਼ਾ, ਦੂਸਰੀ ਹੈ ਆਪਣੇ ਕੋਲੇ ਸ਼ੋਰਸੈਨੀ ਭਾਸ਼ਾ। ਸ਼ੋਰਸੈਨੀ ਭਾਸ਼ਾ ਤੋਂ ਆਪਣੇ ਕੋਲੇ ਅੱਗੇ ਅਪਭ੍ਰੰਸ਼ ਭਾਸ਼ਾ ਨਿਕਲ ਕੇ ਸਾਹਮਣੇ ਆਈ। ਅਪਭ੍ਰੰਸ਼ ਭਾਸ਼ਾ ਕਿਹੜੀ ਹੁੰਦੀ ਹੈ, ਉਹ ਭਾਸ਼ਾ ਜਿਹੜੀ ਟੁੱਟੀ ਫੁੱਟੀ ਪੰਜਾਬੀ ਆਪਾਂ ਇਹਨੂੰ ਕਹਿ ਦਿੰਦੇ ਹਾਂ। ਟੁੱਟੀ ਫੁੱਟੀ ਪੰਜਾਬੀ ਜਿਹੜੀ ਆਮ ਆਪਾਂ ਬੋਲਣ ਸਮੇਂ ਜਿਹੜੀ ਯੂਜ਼ ਕਰਦੇ ਹਾਂ, ਕੋਈ ਵੀ ਸ਼ਬਦ ਜਦੋਂ ਆਪਾਂ ਬੋਲਣ ਸਮੇਂ ਉਚਾਰ ਦਿੰਦੇ ਹਾਂ ਉਹਨੂੰ ਟੁੱਟੀ ਫੁੱਟੀ ਭਾਸ਼ਾ ਕਹਿ ਦਿੰਦੇ ਹਾਂ। ਅਪਭ੍ਰੰਸ਼ ਭਾਸ਼ਾ ਤੋਂ ਅੱਗੋਂ ਆਪਣੇ ਕੋਲੇ 2 ਭਾਸ਼ਾਵਾਂ ਨਿਕਲ ਕੇ ਸਾਹਮਣੇ ਆਈਆਂ, ਕੇਕਈ ਭਾਸ਼ਾ ਅਤੇ ਟਾਕਰੀ ਭਾਸ਼ਾ। ਕੇਕਈ ਭਾਸ਼ਾ ਅਤੇ ਟਾਕਰੀ ਭਾਸ਼ਾ ਨੂੰ ਮਿਲਾ ਕੇ ਹੀ ਆਪਣੇ ਕੋਲੇ ਪੰਜਾਬੀ ਭਾਸ਼ਾ ਉਹ ਬਣਦੀ ਆ। ਪੇਪਰ 'ਚ ਜੇ ਕੁਐਸਚਨ ਆ ਜਾਏ ਕਿਹੜੀਆਂ 2 ਭਾਸ਼ਾਵਾਂ ਨੂੰ ਮਿਲਾ ਕੇ ਪੰਜਾਬੀ ਭਾਸ਼ਾ ਬਣੀ ਹੈ, ਅਤੇ ਉਹ ਆ ਜਾਏਗਾ ਜੀ ਆਪਣੇ ਕੋਲ ਕੇਕਈ ਭਾਸ਼ਾ ਪਲੱਸ ਟਾਕਰੀ ਭਾਸ਼ਾ। ਭਾਸ਼ਾ ਜੀ 2 ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਆਪਣੇ ਕੋਲ ਹੁੰਦੀ ਹੈ ਜੀ ਮੌਖਿਕ ਭਾਸ਼ਾ। ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਬੋਲ ਕੇ ਜਿਹੜੇ ਆਪਣੇ ਮਨੋਭਾਵ ਆ, ਜਾਂ ਸਿਰਫ ਆਪਾਂ ਆਮ ਫੋਨ 'ਤੇ ਵੀ ਗੱਲ ਕਰਦੇ ਹਾਂ, ਬੋਲ ਕੇ ਇੱਕ ਦੂਜੇ ਨੂੰ ਆਪਦੇ ਮਨੋਭਾਵ ਦੱਸਦੇ ਹਾਂ, ਜਿਹਦੇ ਵਿੱਚ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਸਿਰਫ ਆਪਾਂ ਬੋਲ ਕੇ ਮੂੰਹ ਦੀ ਵਰਤੋਂ ਨਾਲ ਹੀ ਉਸ ਭਾਸ਼ਾ ਨੂੰ ਇੱਕ ਤੋਂ ਦੂਜੇ ਤੱਕ ਪਹੁੰਚਾ ਸਕਦੇ ਹਾਂ, ਵਿਚਾਰ ਵਟਾਂਦਰਾ ਕਰਦੇ ਹਾਂ। ਉਸ ਭਾਸ਼ਾ ਨੂੰ ਜਿਹੜਾ ਮੌਖਿਕ ਭਾਸ਼ਾ ਜਿਹੜਾ ਕਹਿ ਦਿੰਦੇ ਆ।
ਮੌਖਿਕ ਭਾਸ਼ਾ ਕਿਸੇ ਵੀ ਨਿਯਮਾਂ 'ਚ ਬੰਨੀ ਨਹੀਂ ਹੁੰਦੀ। ਜਿਵੇਂ ਆਪਾਂ ਲਿਖਣ ਸਮੇਂ ਆਪਣੇ ਸ਼ਬਦਾਂ ਦਾ ਧਿਆਨ ਰੱਖਦੇ ਹਾਂ ਕਿ ਕੋਈ ਅੱਗੇ ਪਿੱਛੇ ਨਾ ਹੋ ਜਾਵੇ, ਉਹ ਮੌਖਿਕ ਭਾਸ਼ਾ ਵਿੱਚ ਆਪਣੇ ਨਿਯਮ ਜਿਹੜੇ ਲਾਗੂ ਨਹੀਂ ਹੁੰਦੇ। ਆਪਾਂ ਕੁਛ ਵੀ ਬਿਨਾਂ ਨਿਯਮਾਂ ਤੋਂ ਜਿਹੜੇ ਮੌਖਿਕ ਭਾਸ਼ਾ ਨੂੰ ਬੋਲ ਸਕਦੇ ਹਾਂ। ਅਤੇ ਇਹਦੇ ਵਿੱਚ ਜਿਹੜੇ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਦੀ ਵਿੱਚ ਲੋੜ ਅਨੁਸਾਰ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਹਨ। ਅੱਗੇ ਆ ਗਿਆ ਜੀ ਦੂਸਰੀ ਆਪਣੇ ਕੋਲ ਆ ਗਈ ਜੀ ਲਿਖਤੀ ਭਾਸ਼ਾ। ਦੂਸਰੇ ਨੰਬਰ ਦੀ ਆਪਣੇ ਕੋਲ ਭਾਸ਼ਾ ਵਾ ਜਿਹਨੂੰ ਆਪਾਂ ਸਾਹਿਤਕ ਭਾਸ਼ਾ ਦੇ ਨਾਂ ਨਾਲ ਵੀ ਜਾਣਦੇ ਹਾਂ। ਜਦੋਂ ਅਸੀਂ ਆਪਣੇ ਮਨ ਦੇ ਭਾਵ ਜਾਂ ਵਿਚਾਰ ਲਿਖ ਕੇ ਕਿਸੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ ਤਾਂ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਇਹ ਜਿਹੜੀ ਆਪਣੇ ਕੋਲ ਭਾਸ਼ਾ ਉਹ ਅਖਬਾਰਾਂ, ਕਿਤਾਬਾਂ ਅਤੇ ਰਸਾਲਿਆਂ ਦੇ ਵਿੱਚ ਵਰਤਦੇ ਹਾਂ। ਇਸ ਨੂੰ ਆਪਾਂ ਲਿਖਤੀ ਭਾਸ਼ਾ ਕਹਿੰਦੇ ਹਾਂ। ਠੀਕ ਹੈ, ਇਹ ਜਿਹੜੀ ਆ ਨਿਯਮਬੱਧ ਹੁੰਦੀ ਆ, ਇਹਦੇ 'ਤੇ ਜਿਹੜੇ ਨਿਯਮ ਲਾਗੂ ਹੁੰਦੇ ਆ, ਇਸੇ ਕਰਕੇ ਇਸ ਨੂੰ ਆਪਾਂ ਸਾਹਿਤਕ ਭਾਸ਼ਾ ਵੀ ਕਿਹਾ ਜਾਂਦਾ ਹੈ ਜਾਂ ਸਾਹਿਤਕ ਭਾਸ਼ਾ ਕਹਿ ਦਿੰਦੇ ਹਾਂ। ਵੱਡੇ ਵੱਡੇ ਜਿਹੜੇ ਸਾਹਿਤ ਆਪਣੇ ਕੋਲੇ ਰਚੇ ਗਏ ਆ ਉਹ ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਦੇ ਵਿੱਚ ਹੀ ਲਿਖੇ ਗਏ ਆ। ਹੁਣ ਆਉਂਦੇ ਹਾਂ ਜੀ ਆਪਾਂ ਪੰਜਾਬੀ ਵਿਆਕਰਨ 'ਤੇ। ਹੁਣ ਆਪਾਂ ਪੜ੍ਹਾਂਗੇ ਪੰਜਾਬੀ ਵਿਆਕਰਨ ਕੀ ਹੁੰਦੀ ਹੈ। ਇੱਥੋਂ ਆਪਣਾ ਜਿਹੜਾ ਟੌਪਿਕ ਹੈ ਜਿਹੜਾ ਉਹ ਪਹਿਲਾਂ ਸਟਾਰਟ ਹੁੰਦਾ ਹੈ। ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਨ ਨੂੰ ਲਿਖਣ ਵੇਲੇ ਜਦੋਂ ਆਪਾਂ ਨਿਯਮਾਂ ਦੀ ਵਰਤੋਂ ਕਰਦੇ ਹਾਂ, ਜਿਵੇਂ ਮੈਂ ਲਿਖ ਦਿੰਦੀ ਹਾਂ ਊੜਾ, ਆੜਾ ਅਤੇ ਈੜੀ, ਇਹ ਇੱਦਾਂ ਹੀ ਆਪਣੇ ਕੋਲ ਨਿਯਮ ਬਣਿਆ ਹੋਇਆ ਹੈ। ਇਸੇ ਕਰਕੇ ਜਿਹੜੇ ਆਪਾਂ ਜਿਹੜੀ 35 ਅੱਖਰੀ ਆ ਉਹ ਪੂਰੀ ਨਿਯਮਬੱਧ ਕਰਕੇ ਆਪਾਂ ਲਿਖਦੇ ਹਾਂ। ਆਪਾਂ ਇਹਨਾਂ ਨੂੰ ਅੱਗੇ ਪਿੱਛੇ ਜਿਵੇਂ ਈੜੀ ਲਿਖਦਾ ਮੈਂ, ਆੜਾ ਲਿਖਦਾ, ਊੜਾ ਲਿਖਦਾ, ਇਹ ਆਪਾਂ ਅੱਗੇ ਪਿੱਛੇ ਕਰਕੇ ਨਹੀਂ ਲਿਖ ਸਕਦੇ ਗੇ। ਇਹਨਾਂ ਦੇ ਉੱਤੇ ਜਿਹੜੀ ਵਿਆਕਰਨ ਦਾ ਭਾਵ ਹੀ ਇਹ ਹੈ ਕਿ ਇਹ ਜਿਹੜੀ ਨਿਯਮਾਂ ਦੇ ਵਿੱਚ ਲਿਖੀ ਜਾਂਦੀ ਹੈ। ਜਿਵੇਂ ਆਪਣੇ ਕੋਲ ਸਾਹਿਤਕ ਭਾਸ਼ਾ ਹੁੰਦੀ ਆ ਉਹਦੇ 'ਤੇ ਨਿਯਮ ਲਾਗੂ ਹੁੰਦੇ ਆ, ਉਸੇ ਤਰ੍ਹਾਂ ਵਿਆਕਰਨ ਕਰਕੇ ਹੀ ਆਪਣੇ ਕੋਲ ਜਿਹੜੇ ਨਿਯਮ ਬਣਦੇ ਆ। ਅੱਗੇ ਜੀ ਵਿਆਕਰਨ ਦੇ ਆ ਜੀ ਜਿਹੜੇ 4 ਭਾਗ ਮੰਨੇ ਜਾਂਦੇ ਆ। ਪਹਿਲਾ ਭਾਗ ਹੈ ਜੀ ਆਪਣੇ ਕੋਲ ਧੁਨੀ ਬੋਧ, ਦੂਸਰਾ ਹੈ ਜੀ ਸ਼ਬਦ ਬੋਧ, ਤੀਸਰਾ ਹੈ ਜੀ ਆਪਣੇ ਕੋਲ ਵਾਕ ਬੋਧ ਅਤੇ ਚੌਥਾ ਹੈ ਜੀ ਅਰਥ ਬੋਧ। ਹੁਣ ਆਪਾਂ ਇਹਨਾਂ ਨੂੰ ਇਕੱਲੇ ਕਰਕੇ ਪੜ੍ਹਾਂਗੇ। ਇਹਨਾਂ 4 ਭਾਗਾਂ ਨੂੰ ਵਾਰੀ ਸਿਰ ਜਾਣਾਂਗੇ ਜੀ। ਇਹ ਧੁਨੀ ਬੋਧ ਕੀ ਹੁੰਦਾ ਹੈ ਜੀ, ਸ਼ਬਦ ਬੋਧ ਕੀ ਹੁੰਦਾ ਹੈ, ਵਾਕ ਬੋਧ ਕੀ ਹੁੰਦਾ ਹੈ ਅਤੇ ਅਰਥ ਬੋਧ ਜਿਹੜਾ ਉਹ ਕੀ ਹੁੰਦਾ ਹੈ। ਧੁਨੀ ਬੋਧ ਜੀ ਭਾਸ਼ਾ ਦੀ ਸਾਰਿਆਂ ਤੋਂ ਛੋਟੀ ਇਕਾਈ ਨੂੰ ਜਿਹੜੀ ਧੁਨੀ ਕਹਿ ਦਿੰਦੇ ਆ। ਪੰਜਾਬੀ ਭਾਸ਼ਾ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਪੰਜਾਬੀ ਦੀਆਂ ਧੁਨੀਆਂ ਕਿਹਾ ਜਾਂਦਾ ਹੈ ਜਾਂ ਉਹ ਪੰਜਾਬੀ ਦੀਆਂ ਧੁਨੀਆਂ ਕਹਿ ਦਿੰਦੇ ਆ। ਭਾਸ਼ਾ ਦੀ ਜੀ ਸਾਰਿਆਂ ਤੋਂ ਛੋਟੀ ਇਕਾਈ ਜੇ ਪੁੱਛ ਲੈਣ ਤਾਂ ਉਹ ਜੀ ਆਪਣੇ ਕੋਲੇ ਧੁਨੀ ਹੈ। ਕਈ ਵਾਰੀ ਇੱਦਾਂ ਵੀ ਪ੍ਰਸ਼ਨ ਆ ਜਾਂਦਾ ਕਿ ਭਾਸ਼ਾ ਦੀ ਨਿਰਾਰਥਕ ਇਕਾਈ ਕਿਹੜੀ ਹੈ। ਇੱਥੇ ਨਿਰਾਰਥਕ ਤੋਂ ਕੀ ਭਾਵ ਹੈ। ਨਿਰਾਰਥਕ ਸ਼ਬਦ ਦਾ ਅਰਥ ਹੁੰਦਾ ਹੈ ਜੀ ਜਿਹੜੇ ਨਿਰਅਰਥ ਹੋਣ, ਜਿਨ੍ਹਾਂ ਦਾ ਕੋਈ ਅਰਥ ਨਾ ਹੁੰਦਾ ਹੋਵੇ। ਧੁਨੀ ਹੋ ਗਈ ਜਿਵੇਂ ਆਪਾਂ ਗੱਡੀਆਂ ਦੇ ਹਾਰਨ ਹੁੰਦੇ ਆ ਚੈਂ ਚੈਂ ਪੈ ਪੈ, ਧੁਨੀ ਦਾ ਆਪਣੇ ਕੋਲ ਕੋਈ ਅਰਥ ਨਹੀਂ ਹੁੰਦਾ। ਇਸੇ ਕਰਕੇ ਆਪਣੇ ਕੋਲੇ ਧੁਨੀ ਹੈ ਜਿਹੜੀ ਉਹ ਨਿਰਾਰਥਕ ਹੈ। ਇੱਥੇ ਇਹਦਾ ਆਨਸਰ ਆ ਜਾਏਗਾ ਜੀ ਧੁਨੀ ਆਪਣੇ ਕੋਲੇ ਭਾਸ਼ਾ ਦੀ ਨਿਰਾਰਥਕ ਇਕਾਈ ਹੈ। ਅੱਗੇ ਜੀ ਧੁਨੀਆਂ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਵਾ। ਇਹਦੇ 2 ਅੰਗ ਹੁੰਦੇ ਹਨ। ਪਹਿਲਾ ਹੈ ਜੀ ਆਪਣੇ ਕੋਲੇ ਖੰਡੀ ਧੁਨੀਆਂ, ਦੂਸਰਾ ਹੈ ਜੀ ਆਪਣੇ ਕੋਲੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਨੂੰ ਅੱਗੋਂ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਜੀ ਸਵਰ, ਦੂਸਰਾ ਹੈ ਜੀ ਵਿਅੰਜਨ। ਅਖੰਡੀ ਧੁਨੀਆਂ ਨੂੰ ਅੱਗੋਂ 3 ਭਾਗਾਂ ਵਿੱਚ ਵੰਡਦੇ ਹਾਂ। ਪਹਿਲਾ ਹੈ ਜੀ ਸੁਰ, ਫਿਰ ਹੈ ਜੀ ਪਿੱਚ, ਵਾਕ, ਨਾਸਿਕਤਾ ਅਤੇ ਦਬਾਅ। ਇਹਨਾਂ ਨੂੰ ਅੱਗੇ ਆਪਾਂ ਡਿਟੇਲ ਵਿੱਚ ਪੜ੍ਹਦੇ ਹਾਂ ਵੀ ਇਹਨਾਂ 'ਚ ਹੁੰਦਾ ਕੀ ਹੈ। ਖੰਡੀ ਧੁਨੀਆਂ ਕਿਹਨਾਂ ਨੂੰ ਕਿਹਾ ਜਾਂਦਾ ਹੈ, ਅਖੰਡੀ ਧੁਨੀਆਂ ਕਿਹਨਾਂ ਨੂੰ ਕਿਹਾ ਜਾਂਦਾ ਹੈ, ਜਾਂ ਸਵਰ ਕਿਹੜੇ ਹੁੰਦੇ ਨੇ, ਵਿਅੰਜਨ ਕਿਹੜੇ ਹੁੰਦੇ ਨੇ। ਖੰਡੀ ਧੁਨੀਆਂ ਜਿਨ੍ਹਾਂ ਨੂੰ ਵੰਡਿਆ ਜਾ ਸਕਦਾ ਹੋਵੇ ਉਹਨਾਂ ਨੂੰ ਖੰਡੀ ਧੁਨੀਆਂ ਕਿਹਾ ਜਾਂਦਾ ਹੈ। ਜਿਵੇਂ ਘਰ ਨੂੰ ਆਪਾਂ ਅਲੱਗ ਲਿਖ ਸਕਦੇ ਹਾਂ, ਘੱਗਾ ਰਾਰਾ ਘਰ। ਇੱਦਾਂ ਹੀ ਜੇ ਮੈਂ ਲਿਖਦਾ ਬਰਤਨ ਨੂੰ ਆਪਾਂ ਅਲੱਗ ਲਿਖ ਸਕਦੇ ਹਾਂ, ਬ ਪਲੱਸ ਰਾਰਾ ਪਲੱਸ ਤੱਤਾ ਅਤੇ ਨੰਨਾ। ਇਹਨਾਂ ਨੂੰ ਵੰਡਿਆ ਜਾ ਸਕਦਾ ਹੈ। ਕਹਿੰਦਾ ਭਾਵ ਉਹ ਧੁਨੀਆਂ ਜਿਨ੍ਹਾਂ ਦੇ ਅਲੱਗ ਖੰਡ ਆ, ਜਿਹੜੇ ਅਲੱਗ ਖੰਡ ਕੀਤੇ ਜਾਂਦੇ ਹਨ ਉਹਨਾਂ ਨੂੰ ਜਿਹੜੇ ਖੰਡੀ ਧੁਨੀਆਂ ਕਿਹਾ ਜਾਂਦਾ ਹੈ। ਜਿਵੇਂ ਆਪਣੇ ਕੋਲ ਆ ਕਮਲ ਆ ਗਿਆ, ਕਮਲ ਨੂੰ ਆਪਾਂ ਕੱਕਾ ਮੰਮਾ ਲੱਲਾ ਕਰਕੇ ਲਿਖਤਾ। ਕਾਲ ਨੂੰ ਵੀ ਆਪਾਂ ਅਲੱਗ ਕਰਕੇ ਇਹਨਾਂ ਦੇ ਖੰਡ ਬਣਾ ਕੇ ਲਿਖ ਸਕਦੇ ਹਾਂ। ਇਹ ਹੁੰਦੀਆਂ ਜੀ ਆਪਣੇ ਕੋਲੇ ਖੰਡੀ ਧੁਨੀਆਂ।
ਇਹਨਾਂ ਨੂੰ ਅੱਗੇ ਜਿਹੜੀ ਖੰਡੀ ਧੁਨੀਆਂ ਨੂੰ ਸਵਰ ਤੇ ਵਿਅੰਜਨ ਦੇ ਵਿੱਚ ਵੰਡਿਆ ਗਿਆ ਵਾ। ਕਹਿਣ ਦਾ ਭਾਵ ਜਿਹੜੇ ਖੰਡੀ ਧੁਨੀਆਂ ਦੇ ਦੋ ਪਾਰਟ ਹੋ ਗਏ। ਪਹਿਲਾ ਆ ਗਿਆ ਜੀ ਆਪਣੇ ਕੋਲੇ ਸਵਰ, ਦੂਸਰਾ ਆ ਗਿਆ ਜੀ ਆਪਣੇ ਕੋਲੇ ਵਿਅੰਜਨ। ਇਹਨਾਂ ਨੂੰ ਹੁਣ ਆਪਾਂ ਪਹਿਲਾਂ ਇਕੱਲੇ ਇਕੱਲੇ ਨੂੰ ਪੜਾਂਗੇ। ਪਹਿਲਾਂ ਆਪਾਂ ਪੜਾਂਗੇ ਜੀ ਸਵਰ। ਸਵਰ ਕੀ ਹੁੰਦੇ ਆ? ਸਵਰ ਕਿਹਨੂੰ ਕਹਿੰਦੇ ਆ? ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਬੇਰੋਕ ਬਾਹਰ ਜਾਵੇ ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਆ ਜਿਹੜੀ ਬੇਰੋਕ, ਕਹਿਣ ਦਾ ਭਾਵ ਕੀ ਆ ਕਿ ਉਹ ਸਿੱਧੀ ਨਿਕਲ ਜਾਂਦੀ ਆ, ਕਿਤੇ ਵੀ ਨਹੀਂ ਰੁਕਦੀ, ਉਸ ਨੂੰ ਸਵਰ ਕਿਹਾ ਜਾਂਦਾ ਹੈ ਜੀ। ਪੰਜਾਬੀ ਭਾਸ਼ਾ ਵਿੱਚ ਆਪਣੇ ਕੋਲੇ 3 ਸਵਰ ਮੰਨੇ ਜਾਂਦੇ ਹਨ। ਇਹਨਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ। ਆਪਣੇ ਕੋਲੇ ਜੀ 3 ਸਵਰ ਕਿਹੜੇ ਹੈ? ਊੜਾ, ਊੜਾ, ਆੜਾ ਤੇ ਈੜੀ। ਇਹ ਆਪਣੇ ਕੋਲੇ ਪੰਜਾਬੀ ਭਾਸ਼ਾ ਦੇ 3 ਜਿਹੜੇ ਸਵਰ ਆ ਉਹ ਮੰਨੇ ਜਾਂਦੇ ਆ। ਜਦੋਂ ਆਪਾਂ ਊੜੇ ਨੂੰ ਉਚਾਰਦੇ ਹਾਂ ਤਾਂ ਆਪਣੀ ਆਵਾਜ਼ ਜਿਹੜੀ ਉਹ ਕਿਤੇ ਨਹੀਂ ਰੁਕਦੀ ਗੀ, ਸਿੱਧੀ ਬਾਹਰ ਜਾਂਦੀ ਹੈ। ਐਵੇਂ ਜੇ ਆਪਾਂ ਆੜਾ ਬੋਲਦੇ ਹਾਂ, ਆੜਾ, ਆੜੇ ਵਿੱਚ ਵੀ ਜਿਹੜੀ ਆਪਣੀ ਆਵਾਜ਼ ਆ ਉਹ ਕਿਤੇ ਨਹੀਂ ਰੁਕਦੀ, ਸਿੱਧੀ ਜਾਂਦੀ ਹੈ। ਈੜੀ ਨੂੰ ਵੀ ਜਦੋਂ ਆਪਾਂ ਉਚਾਰਦੇ ਹਾਂ, ਈੜੀ ਸ਼ਬਦ ਨੂੰ ਜਾਂ ਈੜੀ ਧੁਨੀ ਨੂੰ ਜਾਂ ਈੜੀ ਸਵਰ ਨੂੰ ਕਹਿ ਲਓ, ਇਹਨੂੰ ਉਚਾਰਨ ਸਮੇਂ ਆਵਾਜ਼ ਆ ਜਿਹੜੀ ਉਹ ਸਿੱਧੀ ਜਾਂਦੀ ਹੈ, ਬਾਹਰ ਜਾਂਦੀ ਹੈ ਤੇ ਬਿਲਕੁਲ ਵੀ ਨਹੀਂ ਰੁਕਦੀ ਗੀ, ਕਿਤੇ ਵੀ ਰੁਕਾਵਟ ਨਹੀਂ ਹੁੰਦੀ ਗੀ। ਇਹ ਆਪਣੇ ਕੋਲੇ ਜੀ ਪੰਜਾਬੀ ਭਾਸ਼ਾ ਦੇ 3 ਸਵਰ ਨੇ। ਇਹਨਾਂ ਨੂੰ ਸਵਰ ਵਾਹਕ ਵੀ ਕਹਿ ਦਿੰਦੇ ਨੇ। ਸਵਰ ਵਾਹਕ ਕਰਕੇ ਵੀ ਪ੍ਰਸ਼ਨ ਜਿਹੜਾ ਪੇਪਰ 'ਚ ਪੁੱਛ ਲਿਆ ਜਾਂਦਾ ਕਿ ਪੰਜਾਬੀ ਦੇ ਸਵਰ ਵਾਹਕ ਕਿੰਨੇ ਹੁੰਦੇ ਨੇ? ਤੇ ਜੀ ਆਪਣੇ ਕੋਲੇ ਇਹ 3 ਹੁੰਦੇ ਨੇ, ਊੜਾ, ਆੜਾ ਤੇ ਈੜੀ। ਪੰਜਾਬੀ ਦੀਆਂ ਸਵਰ ਧੁਨੀਆਂ 10 ਹੁੰਦੀਆਂ ਨੇ। ਇਹ ਹੈਗਾ ਜੀ ਮੁਕਤਾ, ਕੰਨਾ, ਸਿਆਰੀ, ਬਿਆਰੀ, ਔਂਕੜ, ਦਲੈਂਕੜ, ਹੋੜਾ, ਘਨੌੜਾ, ਲਾਵਾਂ, ਦੁਲਾਵਾਂ। ਇਹ ਆਪਣੇ ਕੋਲੇ ਪੰਜਾਬੀ ਦੀਆਂ ਸਵਰ ਧੁਨੀਆਂ ਨੇ। ਪੇਪਰ ਵਿੱਚ ਲਾਸਟ ਈਅਰ ਪੇਪਰ ਹੋਇਆ ਸੀਗਾ, ਮਾਸਟਰ ਕੈਡਰ ਦੇ ਵਿੱਚ ਪੁੱਛਿਆ ਗਿਆ ਸੀ ਜੀ ਪੰਜਾਬੀ ਦੀਆਂ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ। ਉਹਦੇ ਵਿੱਚ ਜੀ 2 ਆਪਸ਼ਨਾਂ ਸੀ, ਇੱਕ ਤਾਂ ਸੀ 10 ਤੇ ਦੂਸਰੀ ਸੀਗੀ 9। ਜਦੋਂ ਆਨਸਰ ਕੀ ਆਈ ਤਾਂ ਉਹਨਾਂ ਨੇ 9 ਆਪਸ਼ਨ ਨੂੰ ਟਿਕ ਕੀਤਾ ਹੋਇਆ ਸੀ। ਤੇ ਇਸ ਕੁਐਸਚਨ ਤੇ ਜਿਹੜੀ ਆਬਜੈਕਸ਼ਨ ਲੱਗੀ ਸੀ, ਕਿਉਂ ਲੱਗੀ ਸੀਗੀ ਇਹ ਆਬਜੈਕਸ਼ਨ? ਕਿਉਂਕਿ ਆਪਣੇ ਕੋਲ ਕਈ ਕਿਤਾਬਾਂ ਵਿੱਚ ਸਵਰ ਧੁਨੀਆਂ ਜਿਹੜੀਆਂ ਉਹ 10 ਮੰਨੀਆਂ ਜਾਂਦੀਆਂ ਨੇ, ਕਈ ਕਿਤਾਬਾਂ ਵਿੱਚ ਸਵਰ ਧੁਨੀਆਂ ਜੀ ਜਿਹੜੀਆਂ 9 ਮੰਨੀਆਂ ਜਾਂਦੀਆਂ ਨੇ। ਪਰ ਵੈਸੇ ਜਿਹੜੀ ਮਾਨਤਾ ਉਹ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਵਿੱਚ 10 ਨੂੰ ਦਿੱਤੀ ਗਈ ਆ, ਕਿਉਂਕਿ ਮੁਕਤਾ ਜਿਹੜਾ ਉਹ ਇਹਨੂੰ ਇਸ ਧੁਨੀ ਕਾਊਂਟ ਨਹੀਂ ਕਰਦੇ, ਇਹਨੂੰ ਹਟਾ ਕੇ ਹੀ ਜਿਹੜੀਆਂ ਆਪਣੇ ਕੋਲੇ ਆਹ ਜਿਹੜੇ 9 ਧੁਨੀਆਂ ਜਿਹੜੀਆਂ ਉਹ ਬਣਦੀਆਂ ਨੇ। ਪਰ ਆਪਣੇ ਕੋਲੇ ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ 10 ਮੰਨੀਆਂ ਜਾਂਦੀਆਂ ਨੇ। 9 ਕੁਝ ਆਨਸਰ ਨਹੀਂ ਆਏਗਾ, ਜੇ ਆਏਗਾ ਵੀ ਤਾਂ ਇਹਦੇ ਤੇ ਆਬਜੈਕਸ਼ਨ ਲੱਗ ਜੇਗੀ। ਅੱਗੇ ਪੜ੍ਹਦੇ ਹਾਂ ਜੀ ਆਪਾਂ ਸਵਰ ਧੁਨੀਆਂ ਦੀ ਵੰਡ ਜਾਂ ਵਰਗੀਕਰਨ। ਸਵਰ ਧੁਨੀਆਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ? ਠੀਕ ਹੈ, ਇਹ ਹੈਗੇ ਜੀ ਸਵਰ ਜਿਹੜੇ ਆ ਉਹ ਜੀਭ ਦੀ ਸਥਿਤੀ ਦੇ ਆਧਾਰ ਤੇ ਜਿਹੜੇ ਉਚਾਰੇ ਜਾਂਦੇ ਆ ਉਹ ਪੜਾਂਗੇ ਆਪਾਂ। ਜੀਭ ਦੀ ਉਚਾਈ ਦੇ ਆਧਾਰ ਤੇ ਕਿਹੜੇ ਸਵਰ ਆ ਜਿਹੜੇ ਉਚਾਰੇ ਜਾਂਦੇ ਆ ਉਹ ਪੜਾਂਗੇ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਕਿਹੜੇ ਸਵਰ ਆ ਜਿਹੜੇ ਉਹ ਉਚਾਰੇ ਜਾਂਦੇ ਆ, ਆਪਾਂ ਇਹਦੇ ਬਾਰੇ ਅੱਗੇ ਚਰਚਾ ਕਰ ਲਾਂਗੇ। ਆ ਜੀ ਆਪਣੇ ਕੋਲੇ ਸਵਰਾਂ ਦਾ ਚਾਰਟ ਹੈਗਾ ਵਾ। ਇਸੇ ਤੇ ਹੀ ਇਹਦੇ 'ਚ ਹੀ ਆਪਣੇ ਕੋਲੇ ਅਗਲੇਰੇ ਸਵਰ, ਵਿਚਕਾਰਲੇ ਸਵਰ, ਪਿਛਲੇਰੇ ਸਵਰ, ਉੱਚੇ ਸਵਰ ਕਿਹੜੇ ਹੁੰਦੇ ਆ ਜੀ, ਅਰਧ ਸਵਰ ਕਿਹਨੂੰ ਕਹਿੰਦੇ ਆ ਜੀ, ਅਰਧ ਨੀਵੇਂ ਕਿਹੜੇ ਹੁੰਦੇ ਆ ਤੇ ਨੀਵੇਂ ਸਵਰ ਕਿਹੜੇ ਹੁੰਦੇ ਆ, ਇਹਨਾਂ ਬਾਰੇ ਆਪਾਂ ਸਾਰੇ ਬਾਰੇ ਡਿਟੇਲ ਪੜਾਂਗੇ। ਇਸੇ ਚਾਰਟ ਦੇ ਵਿੱਚ ਹੀ ਤੁਹਾਨੂੰ ਸਾਰੇ ਜਿਹੜੇ ਸਵਰ ਆ, ਸਵਰਾਂ ਦੀ ਵੰਡ ਆ ਜਿਹੜੀ ਯਾਦ ਹੋ ਜਾਏਗੀ। ਬਸ ਇਸ ਚਾਰਟ ਨੂੰ ਯਾਦ ਕਰ ਲਓ ਚੰਗੀ ਤਰ੍ਹਾਂ। ਇਸ ਚਾਰਟ ਵਿੱਚ ਆਹ ਜਿਹੜੇ ਆਪਣੇ ਕੋਲੇ ਅਗਲੇਰੇ ਸਵਰ, ਪਿਛਲੇਰੇ ਸਵਰ ਤੇ ਸਾਰੇ ਆਪਾਂ ਉਹ ਪੜਾਂਗੇ, ਵਾਰੀ ਸਿਰ ਪੜਾਂਗੇ ਇਹਨਾਂ ਨੂੰ, ਤੁਹਾਨੂੰ ਸਾਰਿਆਂ ਨੂੰ ਇਹ ਚਾਰਟ ਯਾਦ ਹੋ ਜਾਵੇਗਾ। ਪਹਿਲੀ ਭਾਸ਼ਾ ਹੈ ਜੀ ਆਪਣੇ ਪਹਿਲੀ ਸਵਰਾਂ ਦੀ ਵੰਡ ਵਿੱਚ ਆਉਂਦੀ ਹੈ ਜੀ ਉਚਾਰਨ ਵਿਧੀ ਦੇ ਆਧਾਰ ਤੇ। ਪਹਿਲੇ ਸਵਰ ਆ ਗਏ ਜਿਹਦੇ ਕਿਵੇਂ ਉਚਾਰੇ ਜਾਂਦੇ ਆ, ਕਿਹੜੀ ਵਿਧੀ ਦੇ ਨਾਲ ਉਚਾਰੇ ਜਾਂਦੇ ਆ ਉਹਨਾਂ ਬਾਰੇ ਪੜਾਂਗੇ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਬਈ ਜਿਨ੍ਹਾਂ ਸਵਰਾਂ ਨੂੰ ਉਚਾਰਨ ਸਮੇਂ ਬੁੱਲਾਂ ਦੀ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਹੋ ਜਾਂਦੀ ਆ, ਇਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਪਹਿਲਾਂ ਆ ਗਿਆ ਜੀ ਆਪਣੇ ਕੋਲੇ ਉਚਾਰਨ ਵਿਧੀ ਦੇ ਆਧਾਰ ਤੇ। ਉਚਾਰਨ ਵਿਧੀ ਦੇ ਆਧਾਰ ਤੇ ਪਹਿਲਾਂ ਆ ਗਿਆ ਜੀ ਜੀਭ ਦੀ ਸਥਿਤੀ ਕੀ ਹੁੰਦੀ ਆ। ਜੀਭ ਦੀ ਸਥਿਤੀ ਕੀ ਹੁੰਦੀ ਆ? ਪਹਿਲਾਂ ਤਾਂ ਜਿਹੜਾ ਅਗਲੇ ਹਿੱਸੇ ਵਿੱਚ ਜਿਹੜੇ ਸਵਰ ਉਚਾਰੇ ਜਾਂਦੇ ਆ ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ ਵੀ ਅਗਲੇਰੇ ਸਵਰ ਕਿਹੜੇ ਹੁੰਦੇ ਨੇ। ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਅਤੇ ਜੋ ਧੁਨੀਆਂ ਮੂੰਹ ਪੋਲ ਦੇ ਅਗਲੇ ਹਿੱਸੇ ਵਿੱਚੋਂ ਉਚਾਰੀਆਂ ਜਾਂਦੀਆਂ ਹਨ। ਕਹਿਣ ਦਾ ਭਾਵ ਉਹ ਸਵਰ ਜਿਹੜੇ ਜੀਭ ਦੇ ਅਗਲੇ ਪਾਸੇ, ਆ ਆਪਣੀ ਜੀਭ ਆ ਇਹਦੇ ਅਗਲੇ ਪਾਸੇ ਜਿਹੜੇ ਆ ਉਹ ਅਗਲਾ ਪਾਸਾ ਜਿਹੜਾ ਜ਼ਿਆਦਾ ਕੰਮ ਕਰਦਾ ਵਾ ਜਿਨ੍ਹਾਂ ਸਵਰਾਂ ਨੂੰ ਉਚਾਰਨ ਸਮੇਂ, ਉਸ ਨੂੰ ਅਗਲੇਰੇ ਸਵਰ ਕਿਹਾ ਜਾਂਦਾ ਵਾ। ਠੀਕ ਹੈ,
ਉਸ ਨੂੰ ਜਿਹੜਾ ਅਗਲੇਰੇ ਸਵਰ ਕਿਹਾ ਜਾਂਦਾ। ਇਹ ਆਪਣੇ ਕੋਲੇ ਜੀ 3 ਹੁੰਦੇ ਨੇ ਅਗਲੇਰੇ ਸਵਰ, ਈੜੀ ਨੂੰ ਬਿਹਾਰੀ, ਈੜੀ ਨੂੰ ਲਾਵਾਂ ਤੇ ਐੜਾ। ਆ ਗਿਆ ਜੀ ਆਪਣੇ ਕੋਲੇ ਅਗਲੇਰੇ ਸਵਰ। ਆਪਣੇ ਕੋਲੇ 3 ਜੀ ਅਗਲੇਰੇ ਸਵਰ ਨੇ। ਇਹਨਾਂ ਨੂੰ ਤੁਸੀਂ ਬੋਲ ਕੇ ਦੇਖਣਾ ਵਾ ਕਿ ਤੁਹਾਡਾ ਜਿਹੜਾ ਜੀਭ ਦਾ ਅਗਲਾ ਹਿੱਸਾ ਵਾ ਉਹ ਕਾਰਜਸ਼ੀਲ ਰਹਿੰਦਾ ਵਾ ਜਾਂ ਨਹੀਂ ਰਹਿੰਦਾ। ਇਹ ਜਿਵੇਂ ਜਿਵੇਂ ਤੁਸੀਂ ਉਚਾਰੋਗੇ ਤੁਹਾਨੂੰ ਇਹ ਤਿੰਨੇ ਸਵਰ ਆ ਜਿਹੜੇ ਉਹ ਯਾਦ ਹੋ ਜਾਣਗੇ। ਇਹਨਾਂ ਦਾ ਡਿਫਰੈਂਸ ਆ ਜਿਹੜਾ ਉਹ ਤੁਹਾਨੂੰ ਪਤਾ ਲੱਗੇਗਾ। ਅੱਗੇ ਆ ਜਾਂਦੇ ਆ ਜੀ ਵਿਚਕਾਰਲੇ ਸਵਰ, ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਦਾ ਵਿਚਕਾਰਲਾ ਹਿੱਸਾ ਕਹਿੰਦਾ। ਪਹਿਲਾਂ ਆਪਾਂ ਪੜ੍ਹਿਆ ਸੀ ਜੀ ਅਗਲਾ ਹਿੱਸਾ ਕੰਮ ਕਰਦਾ ਵਾ। ਹੁਣ ਉਹ ਕਹਿ ਰਹੇ ਆ ਜੀ ਜਿਹੜਾ ਵਿਚਕਾਰਲਾ ਹਿੱਸਾ ਹੁੰਦਾ, ਮੰਨ ਲਓ ਆਪਣੀ ਜੀਭ ਸੀ, ਇਹਦਾ ਵਿਚਕਾਰਲਾ ਹਿੱਸਾ ਕਾਰਜਸ਼ੀਲ ਰਹਿੰਦਾ ਹੈ ਅਤੇ ਜੋ ਧੁਨੀਆਂ ਮੂੰਹ ਦੇ ਵਿਚਕਾਰਲੇ ਹਿੱਸੇ ਵਿੱਚੋਂ ਉਚਾਰੀਆਂ ਜਾਂਦੀਆਂ ਹਨ। ਕਹਿੰਦਾ ਭਾਵ ਜਿਹੜਾ ਵਿਚਾਰਲਾ ਹਿੱਸਾ ਵਾ ਉਹ ਕੰਮ ਕਰਦਾ ਵਾ, ਨਾ ਅਗਲਾ ਹਿੱਸਾ ਕੰਮ ਕਰਦਾ ਤੇ ਜੀ ਨਾ ਪਿਛਲਾ ਹਿੱਸਾ, ਸਿਰਫ ਵਿਚਾਲੜਾ ਹਿੱਸਾ ਜਿਹੜਾ ਉਹ ਕੰਮ ਕਰਦਾ ਵਾ, ਉਸ ਨੂੰ ਵਿਚਕਾਰਲੇ ਸਵਰ ਕਿਹਾ ਜਾਂਦਾ ਹੈ। ਵਿਚਕਾਰਲੇ ਸਵਰ ਆਪਣੇ ਕੋਲ ਹੈ ਜੀ 4 ਨੇ। ਈੜੀ ਨੂੰ ਸਿਆਰੀ, ਊੜੇ ਨੂੰ ਔਂਕੜ, ਆਪਣਾ ਆੜਾ ਮੁਕਤਾ ਤੇ ਆੜੇ ਨੂੰ ਕੰਨਾ। ਇਹ ਆਪਣੇ ਕੋਲੇ ਜਿਹੜੇ 4 ਆ ਉਹ ਵਿਚਕਾਰਲੇ ਸਵਰ ਨੇ। ਇਹਨਾਂ ਨੂੰ ਉਚਾਰਨ ਸਮੇਂ ਆਪਣਾ ਜਿਹੜਾ ਜੀਭ ਦਾ ਉਹ ਵਿਚਕਾਰਲਾ ਹਿੱਸਾ ਜਿਹੜਾ ਉਹ ਕਾਰਜਸ਼ੀਲ ਰਹਿੰਦਾ ਹੈ। ਅੱਗੇ ਆ ਗਏ ਜੀ ਪਿਛਲੇਰੇ ਸਵਰ, ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੇ ਸਵਰ ਜਿਹੜੇ ਆਪਾਂ ਉਚਾਰਦੇ ਹਾਂ ਵੀ ਜਿਨ੍ਹਾਂ ਦੇ ਜੀਭ ਦਾ ਜਿਹੜਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ। ਪਹਿਲਾਂ ਆਪਾਂ ਪੜ੍ਹਿਆ ਜੀ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਵਾ, ਫਿਰ ਉਹਨਾਂ ਨੇ ਕਿਹਾ ਜੀ ਵਿਚਕਾਰਲੇ ਸਵਰਾਂ ਵਿੱਚ ਵਿਚਕਾਰਲਾ ਹਿੱਸਾ ਜਿਹੜਾ ਕਾਰਜਸ਼ੀਲ ਹੁੰਦਾ ਹੈ। ਹੁਣ ਪਿਛਲੇਰੇ ਸਵਰਾਂ ਵਿੱਚ ਆਪਣਾ ਜਿਹੜਾ ਪਿਛਲਾ, ਜਿੱਥੇ ਆਪਣਾ ਤਾਲੂਆ ਲੱਗਦਾ ਹੁੰਦਾ ਉੱਪਰ, ਉਹ ਵਾਲਾ ਹਿੱਸਾ ਜਿਹੜਾ ਇਹ ਕਾਰਜ ਕਰਦਾ ਵਾ, ਨਾ ਹੀ ਅਗਲਾ ਕਰਦਾ ਵਾ ਤੇ ਨਾ ਹੀ ਵਿਚਕਾਰਲਾ ਕਰਦਾ ਹੈ। ਠੀਕ ਹੈ, ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਅਤੇ ਜੋ ਧੁਨੀਆਂ ਮੂੰਹ ਕੋਲ ਪਿਛਲੇ ਹਿੱਸੇ ਵਿੱਚ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਪਿਛਲੇਰੇ ਸਵਰ ਕਿਹਾ ਜਾਂਦਾ ਹੈ। ਆਹ ਜੀ ਆਪਣੇ ਕੋਲੇ 3 ਜਿਹੜੇ ਸਵਰ ਨੇ ਇਹ ਆਪਣੇ ਕੋਲੇ ਪਿਛਲੇਰੇ ਸਵਰ ਨੇ। ਊੜੇ ਦਲੈਂਕੜ, ਊੜੇ ਦਾ ਮੂੰਹ ਖੁੱਲ੍ਹਾ ਤੇ ਆੜੇ ਕਨੌੜਾ। ਇਹ ਜਿਹੜੇ ਆਪਣੇ ਕੋਲ ਊ, ਆ, ਔ, ਇਹ ਆਪਣੇ ਕੋਲੇ ਪਿਛਲੇਰੇ ਸਵਰ ਨੇ। ਇਹਨਾਂ ਨੂੰ ਉਚਾਰਨ ਸਮੇਂ ਜਿਹੜਾ ਆਪਣਾ ਜੀਭ ਦਾ ਉਹ ਪਿਛਲਾ ਹਿੱਸਾ ਵਾ ਜਿਹੜਾ ਉਹ ਕਾਰਜਸ਼ੀਲ ਹੁੰਦਾ ਵਾ। ਇਹਨਾਂ ਸ਼ਬਦਾਂ ਨੂੰ ਤੁਸੀਂ ਉਚਾਰ ਕੇ ਇਹਨਾਂ ਸਵਰਾਂ ਨੂੰ ਜ਼ਰੂਰ ਦੇਖਣਾ ਵਾ, ਤੁਹਾਨੂੰ ਪਤਾ ਲੱਗੇਗਾ ਅਗਲੇਰੇ ਸਵਰਾਂ ਵਿੱਚ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਜਾਂ ਨਹੀਂ, ਪਿਛਲੇਰੇ ਸਵਰਾਂ ਵਿੱਚ ਜਿਹੜਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ ਜਾਂ ਨਹੀਂ, ਵਿਚਕਾਰਲੇ ਸਵਰਾਂ ਵਿੱਚ ਵਿਚਕਾਰਲਾ ਹਿੱਸਾ ਕਾਰਜਸ਼ੀਲ ਹੁੰਦਾ ਕਿ ਨਹੀਂ। ਇਹ ਤੁਹਾਨੂੰ ਉਚਾਰਨ 'ਤੇ ਹੀ ਪਤਾ ਲੱਗੇਗਾ। ਇਸ ਚਾਰਟ ਨੂੰ ਐਜ਼ ਇਟ ਇਜ਼ ਯਾਦ ਕਰ ਲਓ। ਇਸ ਚਾਰਟ ਵਿੱਚ ਬਹੁਤ ਸਾਰੇ ਕੁਐਸਚਨ ਬਣਦੇ ਨੇ ਅਤੇ ਜੇ ਤੁਹਾਨੂੰ ਇਹ ਚਾਰਟ ਯਾਦ ਹੋ ਗਿਆ ਤਾਂ ਤੁਸੀਂ ਸਾਰੇ ਪ੍ਰਸ਼ਨ ਆ ਜਿਹੜੇ ਉਹ ਆਰਾਮ ਨਾਲ ਜਿਹੜੇ ਉਹ ਟਿਕ ਕਰ ਪਾਓਗੇ। ਜੇ ਤੁਹਾਨੂੰ ਹਰੇਕ ਸਵਰ ਦਾ ਹਰੇਕ ਆਪਣੀ ਵਿਅੰਜਨ ਜਾਂ ਧੁਨੀ ਅੱਗੇ ਆਪਾਂ ਵਿਅੰਜਨ ਵੀ ਪੜ੍ਹਾਂਗੇ ਉਹਨਾਂ ਵਿੱਚ ਡਿਫਰੈਂਸ ਪਤਾ ਹੋਊਗਾ ਤਾਂ, ਨਹੀਂ ਤਾਂ ਇਹ ਸਾਰੇ ਜਿਹੜੇ ਸਵਰ ਆ ਉਹ ਅਗਲੇਰੇ ਪਿਛਲੇਰੇ ਆ ਜਿਹੜੇ ਉਹ ਇੱਕ ਦੂਜੇ ਵਿੱਚ ਮਿਕਸ ਹੋ ਜਾਂਦੇ ਨੇ। ਅੱਗੇ ਚੱਲਦੇ ਹਾਂ ਜੀ। ਅੱਗੇ ਆ ਗਿਆ ਜੀ ਆਪਣੇ ਕੋਲ ਜੀਭ ਦੀ ਉਚਾਈ ਦੇ ਆਧਾਰ 'ਤੇ ਕਿਹੜੇ ਸਵਰ ਹੁੰਦੇ ਹਨ। ਪਹਿਲਾਂ ਆ ਗਿਆ ਜੀ ਆਪਣੇ ਕੋਲ ਉੱਚੇ ਸਵਰ। ਉਹਨਾਂ ਸਵਰ ਧੁਨੀਆਂ ਨੂੰ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਉੱਠ ਕੇ ਉੱਪਰ ਤਾਲੂ ਦੇ ਬਿਲਕੁਲ ਨਜ਼ਦੀਕ ਚਲੀ ਜਾਂਦੀ ਹੈ ਉਸ ਨੂੰ ਉੱਚੇ ਸਵਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਕੀ ਹੈ ਕਿ ਜਦੋਂ ਆਪਾਂ ਇਹਨਾਂ ਸਵਰਾਂ ਨੂੰ ਜਿਹੜਾ ਉਚਾਰਦੇ ਹਾਂ ਅਤੇ ਆਪਣੀ ਜਿਹੜੀ ਆਵਾਜ਼ ਆ ਉਹ ਉੱਚੀ ਹੋ ਜਾਂਦੀ ਆ ਅਤੇ ਜਿਹੜੀ ਆਪਣੀ ਜੀਭ ਆ ਉਹ ਉੱਠ ਕੇ ਜਿਹੜੀ ਉੱਪਰ ਜਿਹੜੀ ਤਾਲੂਏ ਦੇ ਨਾਲ ਲੱਗ ਜਾਂਦੀ ਆ, ਆਪਣੇ ਤਾਲੂਏ ਦੇ ਨਾਲ ਲੱਗ ਜਾਂਦੀ ਆ, ਉਹਨਾਂ ਨੂੰ ਉੱਚੇ ਸਵਰ ਕਿਹਾ ਜਾਂਦਾ ਹੈ। ਇਹ ਆਪਣੇ ਕੋਲ ਹੈਗੇ ਆ ਜੀ 2 ਉੱਚੇ ਸਵਰ, ਈੜੀ ਨੂੰ ਸਿਆਰੀ ਤੇ ਊੜੇ ਦਲੈਂਕੜ। ਇਹ ਆਪਣੇ ਕੋਲੇ 2 ਹੈ ਜੀ ਉੱਚੇ ਸਵਰ ਨੇ ਇਹ ਆਪਣੇ ਕੋਲੇ। ਅੱਗੇ ਆ ਗਿਆ ਜੀ ਨੀਵੇਂ ਸਵਰ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਆਪਣੀ ਸਧਾਰਨ ਅਵਸਥਾ ਵਿੱਚ ਵਿਚਰਦੀ ਹੈ ਉਹਨਾਂ ਨੂੰ ਨੀਵੇਂ ਸਵਰ ਕਿਹਾ ਜਾਂਦਾ ਹੈ। ਇਹ ਆ ਗਿਆ ਜੀ ਆਪਣੇ ਕੋਲੇ ਨੀਵੇਂ ਸਵਰ। ਐੜੇ ਨੂੰ ਦਲਾਵਾਂ, ਆੜੇ ਨੂੰ ਕੰਨਾ, ਆੜੇ ਨੂੰ ਕਨੌੜਾ। ਕਹਿਣ ਦਾ ਭਾਵ ਕੀ ਹੈ ਕਿ ਜਦੋਂ ਆਪਾਂ ਇਹਨਾਂ ਸਵਰਾਂ ਨੂੰ ਜਿਹੜਾ ਉਚਾਰਦੇ ਹਾਂ ਅਤੇ ਆਪਣੀ ਜਿਹੜੀ ਜੀਭ ਆ ਉਹ ਨਾ ਹੀ ਉੱਪਰ ਨੂੰ ਜਾਂਦੀ ਆ, ਨਾ ਹੀ ਨੀਚੇ ਨੂੰ ਜਾਂਦੀ ਆ, ਨਾ ਹੀ ਤਾਲੂਏ ਦੇ ਨਾਲ ਲੱਗੀ ਹੁੰਦੀ ਹੈ, ਸਿੰਪਲ ਸਧਾਰਨ ਅਵਸਥਾ ਦੇ ਵਿੱਚ ਪਈ ਰਹਿੰਦੀ ਹੈ। ਜਿਵੇਂ ਆਪਾਂ ਬੋਲਦੇ ਹਾਂ ਔ ਜਦੋਂ ਸ਼ਬਦ ਉਚਾਰਦੇ ਹਾਂ, ਸਵਰ ਉਚਾਰਦੇ ਹਾਂ ਤਾਂ ਆਪਣੀ ਜਿਹੜੀ ਜੀਭ ਆ ਉੱਪਰ ਨਾ ਹੀ ਤਾਲੂਏ ਨਾਲ ਲੱਗਦੀ ਹੈ, ਸਿੰਪਲ ਅਵਸਥਾ ਦੇ ਵਿੱਚ ਪਈ ਰਹਿੰਦੀ ਹੈ। ਆਵਾਜ਼ ਜਿਹੜੀ ਉਹ ਹਵਾ ਜਿਹੜੀ ਮੂੰਹ 'ਚੋਂ ਉਹ ਸਿੱਧੀ ਆ ਜਿਹੜੀ ਉਹ ਬਾਹਰ ਨਿਕਲਦੀ ਹੈ। ਇਹਨਾਂ ਨੂੰ ਆਪਾਂ ਨੀਵੇਂ ਸਵਰ ਜਿਹੜੇ ਉਹ ਕਹਿ ਦਿੰਦੇ ਹਾਂ ਜੀ। ਇਹ ਆਪਣੇ ਕੋਲੇ 3 ਨੇ ਨੀਵੇਂ ਸਵਰ,
ਆੜੇ ਨੂੰ ਦਲਾਵਾਂ, ਆੜੇ ਨੂੰ ਕੰਨਾ, ਐੜੇ ਕਨੌੜਾ। ਅੱਗੇ ਆ ਗਿਆ ਜੀ ਅਰਧ ਉੱਚੇ ਤੇ ਅਰਧ ਨੀਵੇਂ। ਆ ਜੀ ਆਪਣੇ ਕੋਲੇ ਅਰਧ ਉੱਚੇ ਤੇ ਅਰਧ ਨੀਵੇਂ ਸਵਰ ਨੇ। ਜੀਭ ਦੀ ਉੱਚੀ ਅਤੇ ਨੀਵੀਂ ਸਥਿਤੀ ਦੇ ਵਿੱਚ ਵਿਚਲੀ ਅਵਸਥਾ ਨੂੰ ਕਹਿਣ ਦਾ ਭਾਵ ਕੀ ਹੈ ਕਿ ਜੀਭ ਉੱਚੀ ਵੀ ਹੁੰਦੀ ਹੈ, ਕਦੇ ਨੀਵੀਂ ਵੀ ਹੁੰਦੀ ਹੈ। ਇਹਨਾਂ ਸਵਰਾਂ ਨੂੰ ਉਚਾਰਨ ਦੇ ਸਮੇਂ ਜੋ ਧੁਨੀਆਂ ਪੈਦਾ ਹੋਣ ਉਹਨਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈ ਜਾਂ ਅਰਧ ਨੀਵੇਂ ਸਵਰ ਕਿਹਾ ਜਾਂਦਾ ਹੈ। ਇਹ ਆਪਣੇ ਕੋਲੇ ਜੀ ਅਰਧ ਨੀਵੇਂ ਤੇ ਅਰਧ ਉੱਚੇ ਜਿਹੜੇ ਆਹ ਸਵਰ ਨੇ, ਇਹਨਾਂ ਨੂੰ ਤੁਸੀਂ ਉਚਾਰ ਕੇ ਦੇਖਣਾ ਹੈ ਜੀ। ਇਹ ਹੈਗੀ ਆਪਣੇ ਕੋਲ ਈੜੀ ਨੂੰ ਸਿਆਰੀ, ਊੜੇ ਨੂੰ ਔਂਕੜ, ਈੜੀ ਨੂੰ ਲਾਵਾਂ, ਆੜਾ ਮੁਕਤਾ ਤੇ ਊੜੇ ਦਾ ਮੂੰਹ ਖੁੱਲਾ। ਇਹ ਆਪਣੇ ਕੋਲੇ ਨੀਵੇਂ ਸਵਰ ਨੇ 5। ਕਈ ਵਾਰੀ ਸਿੱਧਾ ਪੁੱਛ ਹੀ ਲੈਂਦੇ ਆ ਕਿ ਬਈ ਅਗਲੇਰੇ ਸਵਰ ਕਿੰਨੇ ਹੁੰਦੇ ਆ, ਇਹ ਆਪਣੇ ਕੋਲੇ 3 ਆ ਜਾਣਗੇ। ਜੇ ਪਿਛਲੇਰੇ ਸਵਰ ਪੁੱਛ ਲੈਣ ਇਹ ਵੀ ਆਪਣੇ ਕੋਲੇ 3 ਆ ਜਾਣਗੇ, ਤੇ ਜੇ ਵਿਚਕਾਰਲੇ ਸਵਰ ਪੁੱਛ ਲੈਣ ਤਾਂ ਜੀ ਇਹ ਆਪਣੇ ਕੋਲੇ 4 ਸਵਰ ਆ ਜਿਹੜੇ ਉਹ ਆ ਜਾਣਗੇ। ਠੀਕ ਹੈ, ਅੱਗੇ ਚੱਲਦੇ ਆ ਜੀ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਕਿਹੜੇ ਕਿਹੜੇ ਸਵਰ ਆ ਜਿਹੜੇ ਉਹ ਉਚਾਰੇ ਜਾਂਦੇ ਆ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਆਪਣੇ ਕੋਲੇ 2 ਤਰ੍ਹਾਂ ਦੇ ਸਵਰ ਹੁੰਦੇ ਆ ਜੀ। ਪਹਿਲੇ ਆ ਗਏ ਗੁਲਾਈ ਰਹਿਤ, ਦੂਸਰੇ ਹੈਗੇ ਆ ਜੀ ਗੁਲਾਈਦਾਰ। ਗੁਲਾਈ ਰਹਿਤ ਪੜ੍ਹਦੇ ਆ ਜੀ। ਜਿਨ੍ਹਾਂ ਜਿਹੜੇ ਸਵਰ ਧੁਨੀਆਂ ਦੇ ਉਚਾਰਨ ਸਮੇਂ ਬੁੱਲਾਂ ਦੀ ਸਥਿਤੀ ਸਧਾਰਨ ਹੁੰਦੀ ਹੈ ਉਹਨਾਂ ਨੂੰ ਗੁਲਾਈ ਰਹਿਤ ਸਵਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਕਿ ਜਦੋਂ ਵੀ ਆਪਾਂ ਕੋਈ ਸਵਰ ਉਚਾਰਦੇ ਹਾਂ ਤੇ ਆਪਣੀ ਜਿਹੜੀ ਇਹ ਬੁੱਲ ਆ ਉਹ ਗੋਲ ਸ਼ੇਪ 'ਚ ਨਹੀਂ ਆਉਂਦੇ ਗੇ। ਜਿਵੇਂ ਆਪਾਂ ਊ ਸ਼ਬਦ ਬੋਲਦੇ ਆ ਨਾ, ਊ, ਜਾਂ ਬੋਲਦੇ ਆ ਔ, ਇਹਨਾਂ ਨੂੰ ਉਚਾਰਨ ਸਮੇਂ ਜਿਹੜੀ ਬੁੱਲਾਂ ਦੀ ਸਥਿਤੀ ਆ ਉਹ ਗੋਲ ਹੋ ਜਾਂਦੀ ਆ। ਪਰ ਇੱਥੇ ਕੀ ਕਹਿ ਰਿਹਾ, ਉਹ ਕਹਿੰਦੇ ਸਧਾਰਨ ਰਹਿੰਦੀ ਆ, ਗੋਲ ਨਹੀਂ ਹੁੰਦੀ ਗੀ। ਬੁੱਲਾਂ ਦੀ ਸਥਿਤੀ ਬਿਲਕੁਲ ਸਿੰਪਲ ਅਵਸਥਾ ਦੇ ਵਿੱਚ ਰਹਿੰਦੀ ਆ। ਉਹਨਾਂ ਨੂੰ ਗੁਲਾਈ ਰਹਿਤ ਸਵਰ ਕਿਹਾ ਜਾਂਦਾ ਹੈ ਜੀ। ਗੁਲਾਈ ਰਹਿਤ ਸਵਰ ਆਪਣੇ ਕੋਲੇ ਹੈ ਜੀ ਈੜੀ ਨੂੰ ਬਿਹਾਰੀ, ਈੜੀ ਨੂੰ ਲਾਵਾਂ, ਐੜੇ ਨੂੰ ਦਲਾਵਾਂ, ਆੜੇ ਨੂੰ ਕੰਨਾ, ਆ। ਇਹ ਆਪਣੇ ਕੋਲੇ ਜੀ ਗੁਲਾਈ ਰਹਿਤ ਸਵਰ ਨੇ ਸਾਰੇ ਦੇ ਸਾਰੇ ਜੀ। ਗੁਲਾਈਦਾਰ ਸਵਰ ਕਿਹੜੇ ਹੁੰਦੇ ਆ, ਜਿਨ੍ਹਾਂ ਸਵਰ ਧੁਨੀਆਂ ਦੇ ਉਚਾਰਨ ਸਮੇਂ ਬੁੱਲਾਂ ਦੀ ਸਥਿਤੀ ਹੈ ਜਿਹੜੀ ਉਹ ਗੁਲਾਈਦਾਰ ਹੋਵੇ। ਇੱਥੇ ਥੋੜਾ ਮਿਸਟੇਕ ਹੋ ਗਿਆ, ਗੁਲਾਈਦਾਰ ਹੋਵੇ ਉਹਨਾਂ ਨੂੰ ਗੁਲਾਈਦਾਰ ਸਵਰ ਕਿਹਾ ਜਾਂਦਾ ਹੈ। ਗੁਲਾਈਦਾਰ ਸਵਰ ਜਿਹੜੇ ਹੈਗੇ ਉਹ ਆਪਣੇ ਕੋਲ ਹੈਗੇ ਆ ਜੀ ਆੜੇ ਨੂੰ ਕਨੌੜਾ, ਊੜੇ ਨੂੰ ਔਂਕੜ, ਊੜੇ ਦਾ ਮੂੰਹ ਖੁੱਲਾ ਤੇ ਊੜੇ ਦਲੈਂਕੜ। ਇਹ ਆਪਣੇ ਕੋਲੇ 4 ਜਿਹੜੇ ਸਵਰ ਨੇ ਜੀ ਇਹ ਗੁਲਾਈਦਾਰ ਸਵਰ ਨੇ। ਇਹਨਾਂ ਨੂੰ ਜਦੋਂ ਵੀ ਆਪਾਂ ਉਚਾਰਦੇ ਹਾਂ ਆਪਣੇ ਜਿਹੜੇ ਬੁੱਲ ਆ ਉਹ ਗੋਲ ਸਥਿਤੀ ਦੇ ਵਿੱਚ ਆ ਜਾਂਦੇ ਨੇ। ਗੁਲਾਈ ਰਹਿਤ ਸਵਰ ਵਿੱਚ ਬੁੱਲ ਆ ਜਿਹੜੇ ਉਹ ਗੁਲਾਈਦਾਰ ਸਥਿਤੀ ਵਿੱਚ ਨਹੀਂ ਰਹਿੰਦੇ, ਉਹਨਾਂ ਦੀ ਜਿਹੜੀ ਸਥਿਤੀ ਆ ਉਹ ਸਧਾਰਨ ਰਹਿੰਦੀ ਆ ਬੁੱਲਾਂ ਦੀ ਸਥਿਤੀ। ਤੇ ਗੁਲਾਈਦਾਰ ਸਵਰ ਵਿੱਚ ਜਿਹੜੇ ਬੁੱਲ ਆ ਜਦੋਂ ਇਹਨਾਂ ਨੂੰ ਆਪਾਂ ਉਚਾਰਦੇ ਹਾਂ ਉਹ ਗੋਲ ਸਥਿਤੀ ਵਿੱਚ ਆ ਜਾਂਦੇ ਨੇ। ਜਿਵੇਂ ਆਪਣੇ ਕੋਲ ਔ ਹੋ ਗਿਆ, ਊ ਹੋ ਗਿਆ, ਓ ਹੋ ਗਿਆ। ਠੀਕ ਹੈ ਜੀ, ਇਹ ਆਪਣੇ ਕੋਲੇ ਜਿਹੜੇ ਸੀਗੇ ਸਵਰ ਕੀ ਹੁੰਦੇ ਆ, ਇਹ ਆਪਾਂ ਸਾਰੇ ਸਵਰ ਪੜ੍ਹੇ। ਗੁਲਾਈਦਾਰ ਕਿਹੜੇ ਹੁੰਦੇ ਨੇ, ਗੁਲਾਈ ਰਹਿਤ ਕਿਹੜੇ ਹੁੰਦੇ ਨੇ, ਉੱਚੇ ਸਵਰ ਕਿਹੜੇ ਹੁੰਦੇ ਨੇ, ਨੀਵੇਂ ਸਵਰ ਕਿਹੜੇ ਹੁੰਦੇ ਨੇ, ਵਿਚਕਾਰਲੇ ਕਿਹੜੇ ਹੁੰਦੇ ਨੇ ਤੇ ਪਿਛਲੇਰੇ ਸਵਰ ਕਿਹੜੇ ਹੁੰਦੇ ਨੇ। ਇੱਥੇ ਜਿਹੜਾ ਆਪਣੇ ਸਵਰਾਂ ਵਾਲਾ ਟੌਪਿਕ ਆ ਜਿਹੜਾ ਉਹ ਖਤਮ ਹੋ ਜਾਂਦਾ ਵਾ ਜੀ। ਅੱਗੇ ਆਉਂਦੇ ਆ ਜੀ ਇਹਨਾਂ ਦੀ ਵਿਅੰਜਨ, ਉਹ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਸੋ ਜਿਹੜੇ ਵੀ ਬੱਚੇ ਨੇ ਹਾਲੇ ਤੱਕ ਚੈਨਲ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੇਣ, ਤੇ ਜੇ ਕਲਾਸ ਚੰਗੀ ਲੱਗੀ ਤਾਂ ਸਬਸਕ੍ਰਾਈਬ ਵੀ ਚੈਨਲ ਨੂੰ ਜ਼ਰੂਰ ਕਰ ਲਿਓ ਜੀ।